मिथ्या श्रवण पर निंदा सुने, मिथ्या हस्त पर दर्भ को हिरे, मिथ्या नेत्र पेखत पर त्रैरुपाद, मिथ्या रसना भोजन अनसुआद, मिथ्या चरण पर विकार को धावे, मिथ्या मन पर लोभ लुभावे, मिथ्या तन नहीं पर उपकारा, मिथ्या बास लेत बिकारा, बिन बूझे मिथ्या सब भये, सफल दे नानक हर हर नाम लए, बिन बूझे मिथ्या सब भये, सफल देह नानक हर हर नाम लए। जुगो जुग अटल धन धन सतगुरु श्री गुरु ग्रंथ साहिब जी के पावन चरणों का आओ जी प्यार सत्कार नाल ओट आसरा रखीए ਅਤੇ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪਾਵਨ ਅਸੀਸ ਬਖਸ਼ੀਸ਼ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਗੱਜ ਵੱਜ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਪਾਵਨ ਬਾਣੀ ਸੁਖਮਨੀ ਸਾਹਿਬ ਜਿਹਦੀ ਪੰਜਵੀਂ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਤੇ ਪੰਜਵੀਂ ਅਸ਼ਟਪਦੀ ਦੀ ਪੰਜਵੀਂ ਪੌੜੀ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਵਿਚਾਰਨ ਲੱਗੇ ਹਾਂ, ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਨਸਾਨ ਦੇ ਅੰਗਾਂ ਦਾ ਜ਼ਿਕਰ ਕੀਤਾ ਹੈ। ਭਾਵ ਜਿਵੇਂ ਸਾਡੇ ਹੱਥ ਨੇ, ਪੈਰ ਹੈ, ਅੱਖਾਂ ਹੈ, ਕੰਨ ਹੈ, ਨੱਕ ਹੈ, ਭਾਵ ਕਿ ਪੂਰੀ ਬਾਡੀ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਹੈ। ਉਸ ਤੋਂ ਪਹਿਲਾਂ ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ, ਇਹ ਸਰੀਰ ਸਭ ਧਰਮ ਹੈ। ਆ ਜਿਹੜਾ ਸਾਡਾ ਸਰੀਰ ਹੈ ਨਾ, ਇਹ ਅਸਲ ਦੇ ਵਿੱਚ ਧਰਮ ਦੀ ਜਾਚ ਸਾਨੂੰ ਸਿਖਾਉਂਦਾ ਹੈ। ਇਹਦੇ ਨਾਲ ਜੋ ਕੁਝ ਵੀ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਹੈ, ਚਾਹੇ ਉਹ ਅੱਖਾਂ ਨੇ, ਕੰਨ ਹੈ, ਨੱਕ ਹੈ, ਜ਼ੁਬਾਨ ਹੈ, ਨਾਸਕਾ ਹੈ, ਹੱਥ ਹੈ, ਪੈਰ ਹੈ, ਇਹ ਕਿਸੇ ਨਾ ਕਿਸੇ ਪਰਪਜ ਵਾਸਤੇ ਪਰਮਾਤਮਾ ਨੇ ਬਣਾਇਆ। ਪਰ ਜੇ ਇਹਨਾਂ ਤੋਂ ਗਲਤ ਕੰਮ ਲਿਆ ਜਾਏ, ਇਹਨਾਂ ਤੋਂ ਸਹੀ ਕੰਮ ਨਾ ਲਿਆ ਜਾਏ ਤਾਂ ਇਹਨਾਂ ਦਾ ਫਾਇਦਾ ਹੀ ਕੀ ਹੈ। ਜਿਹੜੀ ਚੀਜ਼ ਗਲਤ ਕੰਮ ਕਰੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜਿਵੇਂ ਇਨਸਾਨ ਨੇ ਬੰਦੂਕ ਬਣਾਈ, ਰਿਵਾਲਵਰ ਬਣਾਇਆ, ਐਟਮ ਬੰਬ ਬਣਾਏ ਜਾਂ ਰੌਕਟ ਬਣਾਏ, ਮਿਜ਼ਾਈਲਾਂ ਤਿਆਰ ਕੀਤੀਆਂ, ਹੋਰ ਚੀਜ਼ਾਂ ਬਣਾਈਆਂ, ਫੋਨ ਆਦਿਕ ਕੈਮਰਾ ਚੀਜ਼ਾਂ ਤਿਆਰ ਕੀਤੀਆਂ, ਕਿਉਂ? ਇਹਨਾਂ ਤੋਂ ਕੁਝ ਫਾਇਦਾ ਲੈਣ ਲਈ। ਪਰ ਜੇ ਇਹਨਾਂ ਤੋਂ ਆਪਾਂ ਗਲਤ ਇਸਤੇਮਾਲ ਇਹਨਾਂ ਦਾ ਕੀਤਾ ਜਾਏ, ਫਿਰ ਜਿਵੇਂ ਕੈਮਰਾ ਹੀ ਹੈ, ਮੋਬਾਈਲ ਫੋਨ ਹੈ, ਉਹਦੇ ਵਿੱਚ ਵੀ ਕੈਮਰਾ ਹੈ, ਪਰ ਜੇਕਰ ਕੋਈ ਇਨਸਾਨ ਉਹਦਾ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰੇ ਫਿਰ ਕੀ ਹੋਏਗਾ? ਹੁੰਦਾ ਨਾ ਸਮਾਜ ਦੇ ਵਿੱਚ ਗਲਤ ਇਸਤੇਮਾਲ ਹੋ ਰਿਹਾ ਹੈ, ਕਿੰਨਾ ਗਲਤ ਇਸਤੇਮਾਲ ਹੁੰਦਾ ਹੈ, ਕਿੰਨੀਆਂ ਲੜਾਈਆਂ ਝਗੜੇ ਹੁੰਦੇ ਨੇ, ਕਿੰਨੇ ਕ੍ਰਾਈਮ ਵਧੇ ਨੇ। ਕਿਉਂ ਭਲਾ? ਕਿਉਂਕਿ ਜਿਸ ਪਰਪਸ ਲਈ ਇਹ ਚੀਜ਼ਾਂ ਤਿਆਰ ਹੋਈਆਂ ਉਹ ਤਾਂ ਪਿਛਾਂਹ ਰਹਿ ਗਿਆ। ਬੰਦੇ ਨੇ ਕੀ ਕੀਤਾ? ਉਹਦਾ ਇਸਤੇਮਾਲ ਤਰੀਕੇ ਦੇ ਨਾਲ ਨਹੀਂ ਕੀਤਾ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ ਜਿਹਦੇ ਵਿੱਚ ਉਹਨਾਂ ਨੇ ਆਖਿਆ, ਕਹਿੰਦੇ ਨੇ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਮੈਂ ਜਦੋਂ ਵੀ ਇਹ ਬਚਨ ਪੜ੍ਹਦਾ ਨਾ, ਮੇਰੇ ਦਿਮਾਗ 'ਚ ਇੱਕ ਗੱਲ ਹੁੰਦੀ ਹੈ ਕਿ ਕੁਹਾੜਾ ਜਿਹੜਾ ਨਾ, ਉਹਦੇ ਨਾਲ ਉਹ ਤਾਕਤ ਹੈ। ਕੁਹਾੜਾ ਇੱਕ ਤਾਕਤ ਹੈ, ਪਰ ਉਸ ਤਾਕਤ ਨੂੰ ਵਰਤਣ ਦੇ ਲਈ ਵੀ ਤਾਕਤ ਚਾਹੀਦੀ ਹੈ। ਹੁਣ ਸੋਚਿਓ, ਕੁਹਾੜਾ ਇੱਕ ਬੜੀ ਵੱਡੀ ਤਾਕਤ ਹੈ, ਲੇਕਿਨ ਉਹਨੂੰ ਚਲਾਉਣ ਦੇ ਲਈ ਵੀ ਤਾਕਤ ਚਾਹੀਦੀ ਹੈ। ਜਿੱਥੋਂ ਤੱਕ ਮੈਂ ਵੇਖਦਾ ਹੁੰਦਾ ਸੀ ਨਾ, ਕੁਹਾੜਾ ਲੋਕ ਲੱਕੜਾਂ ਨੂੰ ਕੱਟਣ ਦੇ ਲਈ, ਪਾੜਨ ਦੇ ਲਈ ਇਸਤੇਮਾਲ ਕਰਿਆ ਕਰਦੇ ਹੁੰਦੇ ਸੀ। ਲੱਕੜ ਜਿਹੜੀ ਹੈ ਉਹਨੂੰ ਸੈਂਟਰ 'ਚੋਂ ਪਾੜ ਦਿੰਦਾ ਹੁੰਦਾ ਸੀ ਕੁਹਾੜਾ। ਪਰ ਉਹ ਆਮ ਬੰਦਾ, ਮਾੜਾ ਮੋਟਾ ਬੰਦਾ ਨਹੀਂ ਸੀ ਚਲਾ ਸਕਦਾ। ਕੁਹਾੜਾ ਬੜਾ ਭਾਰਾ ਹੁੰਦਾ ਹੈ, ਜਦੋਂ ਉਹਨੂੰ ਚਲਾਉਣਾ ਚੰਗੀ ਪਾਵਰ, ਚੰਗੀ ਸ਼ਕਤੀ, ਤਾਕਤ ਦਾ ਇਸਤੇਮਾਲ ਹੁੰਦਾ ਹੈ। ਤੇ ਬਾਬਾ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਪਾਏ। ਪਾਏ ਦਾ ਮਤਲਬ ਪੈਰ। ਕੁਹਾੜਾ ਮਾਰਿਆ, ਭਾਵ ਕਿ ਆਪਣੇ ਪੈਰਾਂ ਉੱਤੇ ਹੀ ਬੰਦੇ ਨੇ ਖੁਦ ਕੁਹਾੜਾ ਮਾਰ ਲਿਆ। ਕੀ ਹੋਇਆ ਜੀ? ਪੈਰ ਵੱਢ ਲਏ। ਹੈ ਸੀ ਤਾਕਤ, ਪਰ ਉਹਦਾ ਇਸਤੇਮਾਲ ਬੰਦੇ ਨੇ ਗਲਤ ਕੀਤਾ। ਕਿਸੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਬੰਦੇ ਦਾ ਨਿੱਜੀ ਕਸੂਰ ਹੈ, ਬੰਦੇ ਦਾ ਆਪਣਾ ਦੋਸ਼ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹਰ ਇੱਕ ਚੀਜ਼ ਜਿਹੜੀ ਬੰਦੇ ਨੂੰ ਦਿੱਤੀ ਹੈ ਉਹ ਚੰਗੇ ਕੰਮ ਕਰਨ ਲਈ ਦਿੱਤੀ ਹੈ, ਪਰ ਉਹਦਾ ਗਲਤ ਇਸਤੇਮਾਲ ਇਨਸਾਨ ਨੇ ਖੁਦ ਕਰਕੇ ਤਾਂ ਕੀ ਕੀਤਾ? ਪਾਪ ਕਮਾ ਲਏ, ਜੀਵਨ ਬਰਬਾਦੀ ਦੇ ਕੰਢੇ ਤੇ ਲਿਆ ਕੇ ਖੜਾ ਕੀਤਾ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਾਇਨਾ ਹੁੰਦਾ ਹੈ। ਅੱਖਾਂ
ਕੰਨ, ਨੱਕ, ਜੋ ਕੁਝ ਵੀ ਹੈ। ਹੁਣ ਗੁਰੂ ਅਰਜਨ ਸਾਹਿਬ ਤੋਂ ਸੁਣਦੇ ਹਾਂ, ਸਤਿਗੁਰ ਕਹਿੰਦੇ ਮਿਥਿਆ ਸ਼ਰਵਣ। ਦੇਖੋ ਕਹਿੰਦੇ ਜਿਹੜੇ ਸ਼ਰਵਣ ਨੇ, ਭਾਵ ਜੇ ਸਾਡੇ ਕੰਨ ਹੈ ਤਾਂ ਇਹ ਵੀ ਨਾਸ਼ ਹੋਣ ਵਾਲੀ ਹੈ, ਪਰ ਜੇਕਰ ਪਰ ਨਿੰਦਾ ਸੁਣੇ, ਇਹ ਪਰਾਈ ਨਿੰਦਾ ਸੁਣਦੇ ਹੈ। ਜ਼ਿਆਦਾ ਚੰਗਾ ਵੀ ਲੱਗਦਾ ਹੁੰਦਾ ਬੰਦੇ ਨੂੰ ਨਿੰਦਾ ਸੁਣਨੀ, ਕਿਸੇ ਦੀ ਚੁਗਲੀ ਸੁਣਨੀ ਬੜੀ ਚੰਗੀ ਲੱਗਦੀ ਹੈ। ਸੁਣਾ ਜਰਾ, ਚੰਗਾ ਲੱਗਦਾ ਹੈ। ਭਰਾ ਭਰਾ 'ਚ ਲੜਾਈਆਂ ਪਵਾ ਦਿੰਦੇ ਲੋਕ, ਪਿਓ ਪੁੱਤ 'ਚ, ਮਾਂ ਧੀ 'ਚ ਲੜਾਈਆਂ ਪਵਾ ਦਿੰਦੇ ਲੋਕ, ਘਰਾਂ ਦੇ ਘਰ ਪੱਟ ਦਿੰਦੇ ਹੈ ਲੋਕ, ਨਿੰਦਾ ਕਰ ਕਰਕੇ, ਚੁਗਲੀ ਕਰ ਕਰਕੇ। ਇਹ ਪ੍ਰੋਬਲਮ ਹੁੰਦੀ ਲੋਕਾਂ ਦੀ। ਚੁਗਲਖੋਰ ਜਿਹੜਾ ਬੰਦਾ ਹੁੰਦਾ ਨਾ, ਉਹਦਾ ਕਦੇ ਕਦੇ ਇਤਬਾਰ ਨਾ ਕਰਿਓ, ਕਦੇ ਉਹਦੇ ਲਾਗੇ ਨਾ ਖੜਿਓ। ਚੁਗਲਖੋਰ ਜਿਹੜੇ ਹੁੰਦੇ ਨਾ, ਯਾਦ ਰੱਖਿਓ ਮੇਰੀ ਇਹ ਗੱਲ, ਜਿੰਨਾ ਨੁਕਸਾਨ ਅੱਜ ਤੱਕ ਚੁਗਲਖੋਰਾਂ ਨੇ ਘਰਾਂ ਦਾ ਕੀਤਾ, ਕਿਸੇ ਨੇ ਨਹੀਂ ਕੀਤਾ। ਜੇਕਰ ਸਾਡੇ ਕੰਨਾਂ ਨੂੰ ਆਦਤ ਪੈ ਗਈ ਨਾ ਚੁਗਲੀ ਸੁਣਨ ਦੀ, ਤਾਂ ਸਮਝ ਲਿਓ ਘਰ ਖਰਾਬ ਹੋਣ ਵਾਲਾ ਹੈ। ਜੇ ਸੱਸ ਨੂੰਹ ਦੀ ਨਹੀਂ ਨਾ ਬਣਦੀ ਘਰ ਦੇ ਵਿੱਚ, ਤੇ ਉਹਦੇ ਪਿੱਛੇ ਵੀ ਆਹੀ ਕਾਰਨ ਹੁੰਦਾ ਹੈ। ਇੱਕ ਤੀਸਰਾ ਬੰਦਾ ਜ਼ਰੂਰ ਹੁੰਦਾ ਹੈ ਜਿਹੜਾ ਸੱਸ ਨੂੰ ਆ ਕੇ ਨੂੰਹ ਦੀ ਚੁਗਲੀ ਕਰਦਾ ਹੈ, ਤੇ ਨੂੰਹ ਨੂੰ ਸੱਸ ਦੀ ਚੁਗਲੀ ਕਰਦਾ ਹੈ। ਘਰ ਖਰਾਬ ਹੋ ਜਾਂਦੇ ਨੇ। ਦੋ ਦੋਸਤ ਹੁੰਦੇ ਆਪਸ ਵਿੱਚ ਬੜੇ ਸਾਂਝੇ, ਪਰ ਉਹਨਾਂ ਨੂੰ ਪਾੜਨ ਵਾਸਤੇ ਇੱਕ ਬੰਦਾ ਹੁੰਦਾ ਹੈ। ਕਈ ਵਾਰ 8-10 ਜਾਣਿਆਂ ਦੀ ਇੱਕ ਮੈਜੋਰਟੀ ਹੁੰਦੀ ਆ, ਪਰ ਉਹਨੂੰ ਪਾੜਨ ਦੇ ਲਈ ਇੱਕ ਬੰਦਾ ਹੁੰਦਾ ਹੈ। ਇੱਕ ਬੰਦਾ ਬਾਹਰੋਂ ਆਉਂਦਾ ਹੈ, ਉਹ ਸਾਰਿਆਂ ਨੂੰ ਪਾੜ ਕੇ ਖਤਮ ਕਰ ਦਿੰਦਾ ਹੈ। ਫਿਰ ਕੀ ਹੁੰਦਾ ਹੈ, ਝਗੜੇ ਸ਼ੁਰੂ ਹੁੰਦੇ ਨੇ, ਲੜਾਈਆਂ ਸ਼ੁਰੂ ਹੁੰਦੀਆਂ ਨੇ। ਫਿਰ ਉਹ ਕਦੇ ਵੀ ਖਤਮ ਨਹੀਂ ਹੁੰਦੀਆਂ ਜਦੋਂ ਤੱਕ ਕੋਈ ਸਿਆਣਾ ਬੰਦਾ ਉਹਨਾਂ ਨੂੰ ਸਮਝਾਣਾ ਦੇ। ਗੱਲਾਂ ਕੱਖ ਨਹੀਂ ਹੁੰਦੀਆਂ ਭਲਿਓ, ਛੋਟੀਆਂ ਛੋਟੀਆਂ ਗੱਲਾਂ ਨੂੰ ਲੋਕ ਵੱਡੀਆਂ ਬਣਾ ਦਿੰਦੇ ਨੇ। ਫਿਰ ਕੀ, ਘਰਾਂ ਦੇ ਘਰ ਉਜੜ ਜਾਂਦੇ ਨੇ, ਘਰਾਂ ਦੇ ਘਰ ਖਰਾਬ ਹੋ ਜਾਂਦੇ ਨੇ। ਬਸ ਆਹੀ ਗੱਲ ਹੈ। ਜੇ ਇਹ ਚੀਜ਼ ਪਕੜ 'ਚ ਆ ਗਈ ਨਾ, ਜੇ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਨਾ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ, ਜੇ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਨਾ, ਕਿਸੇ ਚੁਗਲਖੋਰ ਉਤੇ ਇਤਬਾਰ ਕਦੇ ਨਾ ਕਰਿਓ। ਜੇਕਰ ਕੋਈ ਬੰਦਾ ਤੁਹਾਨੂੰ ਆ ਕੇ ਗੱਲ ਕਹੇ ਤੇਰਾ ਭਰਾ ਠੀਕ ਨਹੀਂ, ਉਹਦੇ ਉੱਤੇ ਇਤਬਾਰ ਕਰਨ ਦੀ ਲੋੜ ਨਹੀਂ। ਸਿੱਧਾ ਡਾਇਰੈਕਟ ਆਪਣੇ ਭਰਾ ਨੂੰ ਜਾ ਕੇ ਪੁੱਛੋ, ਇਦਾਂ ਦੀ ਆਦਤ ਪਾਓ। ਜੇਕਰ ਕੋਈ ਤੁਹਾਡੀ ਮਾਂ ਬਾਰੇ, ਤੁਹਾਡੇ ਪੁੱਤ ਬਾਰੇ, ਤੁਹਾਡੀ ਧੀ ਬਾਰੇ, ਤੁਹਾਡੇ ਪਰਿਵਾਰ ਬਾਰੇ ਕੁਝ ਕਹਿੰਦਾ ਹੈ, ਡਾਇਰੈਕਟ ਆਪਣੇ ਪਰਿਵਾਰ ਨੂੰ ਜਾ ਕੇ ਪੁੱਛੋ। ਜਦੋਂ ਅਸੀਂ ਕਿਸੇ ਥਰਡ ਬੰਦੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ, ਫਿਰ ਅਟੈਕ, ਬਲਾਸਟ ਹੁੰਦਾ, ਨੁਕਸਾਨ ਹੁੰਦਾ। ਫਿਰ ਘਰ ਉਜੜਦੇ ਨੇ। ਗੁਰੂ ਅਰਜਨ ਸਾਹਿਬ ਨੇ ਬੜੀ ਪਿਆਰੀ ਸਿੱਖਿਆ ਦਿੱਤੀ ਕਿ ਭਲਿਆ ਸਰੀਰ ਨਾਸ਼ ਹੋ ਜਾਣਾ, ਇਹ ਕੰਨ ਵੀ ਨਾਸ਼ ਹੋ ਜਾਣੇ ਨੇ, ਪਰ ਜੇ ਇਹ ਕੰਨ ਚੰਗਾ ਸੁਣਨ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਆਨੰਦ ਸਾਹਿਬ ਵਿੱਚ ਆਖਿਆ, ਇਹ ਸਰਵਨੋ ਮੇਰੇ ਹੋ, ਇਹ ਮੇਰੇ ਕੰਨੋ, ਸੱਚੈ ਸੁਣਨੈ ਨੋ ਪਠਾਏ। ਤੁਹਾਨੂੰ ਨਾ ਪ੍ਰਮਾਤਮਾ ਨੇ ਸੱਚ ਸੁਣਨ ਲਈ ਲਾਇਆ, ਚੰਗੀਆਂ ਗੱਲਾਂ ਸੁਣਨ ਲਈ ਲਾਇਆ। ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਤ ਬਾਣੀ ਸੁਣੋ, ਚੰਗੀਆਂ ਗੱਲਾਂ ਸੁਣੋ, ਗੁਰੂ ਦੀਆਂ ਬਾਤਾਂ, ਗੁਰੂ ਦੀ ਬਾਣੀ, ਗੁਰੂ ਦੀ ਵਡਿਆਈ ਸੁਣੋ। ਕਿਉਂ ਨਹੀਂ ਸੁਣਦੇ ਤੁਸੀਂ ਭਲਾ? ਮਾੜੀਆਂ ਚੀਜ਼ਾਂ ਸੁਣਦੇ ਹੋ, ਬਰਬਾਦੀ ਆਪੇ ਕਰ ਲੈਂਦੇ ਹੋ। ਸਤਿਗੁਰ ਕਹਿੰਦੇ ਜਦੋਂ ਨਾਸ਼ ਹੀ ਹੋ ਜਾਣੇ, ਪਰ ਜੇਕਰ ਉਹੀ ਕੰਨ ਪਰਾਈ ਨਿੰਦਾ ਸੁਣ, ਮਾੜੀਆਂ ਗੱਲਾਂ ਸੁਣ, ਤੇ ਘਰਾਂ ਦੇ ਘਰ ਇੱਕ ਛੋਟੀ ਜਿਹੀ ਗੱਲ ਤੋਂ ਬਰਬਾਦ ਹੋ ਜਾਣ, ਇਹਨਾਂ ਕੰਨਾਂ ਦਾ ਕੋਈ ਫਾਇਦਾ ਨਹੀਂ। ਸਮਝ ਲਓ ਲੱਗੇ ਜ਼ਰੂਰ ਨੇ, ਪਰ ਅਸੀਂ ਇਸਤੇਮਾਲ ਸਹੀ ਨਹੀਂ ਕੀਤੇ, ਬਰਬਾਦ ਕਰ ਦਿੱਤੇ। ਕੋਈ ਵੀ ਸ਼ੈ ਸੰਸਾਰ 'ਚ ਹਮੇਸ਼ਾ ਨਹੀਂ ਰਹਿੰਦੀ, ਪਰ ਸਤਿਗੁਰੂ ਜੀ ਕਹਿੰਦੇ ਜੇ ਉਹਦਾ ਇਸਤੇਮਾਲ ਹੀ ਆਪਾਂ ਸਹੀ ਨਾ ਕੀਤਾ ਤਾਂ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ। ਵੇਖੋ ਕਿੰਨੀ ਬੇਸ਼ਕੀਮਤੀ ਚੀਜ਼ ਹੈ ਕੰਨ, ਕਿੰਨੀ ਕੀਮਤ ਹੈ ਇਹਨਾਂ ਦੀ। ਜਿਨ੍ਹਾਂ ਨੂੰ ਆਵਾਜ਼ ਸੁਣਨ ਦੀ ਪ੍ਰੋਬਲਮ ਹੋ ਜਾਂਦੀ ਨਾ, ਕਦੇ ਉਹਨਾਂ ਨੂੰ ਪੁੱਛ ਕੇ ਵੇਖਿਓ ਇਹਨਾਂ ਦੀ ਕੀਮਤ। ਇਸ ਲਈ ਭਾਈ ਚੰਗਾ ਸੁਣੋ, ਇਸ ਲਈ ਪ੍ਰਮਾਤਮਾ ਨੇ ਤੁਹਾਨੂੰ ਲਾਇਆ ਹੈ। ਗੁਰਬਾਣੀ ਸੁਣੋ, ਚੰਗੀ ਚੀਜ਼ ਸੁਣੋ, ਵਧੀਆ ਵਿਚਾਰ ਸੁਣੋ, ਉਹਦੇ ਨਾਲ ਹੀ ਜੀਵਨ ਦਾ ਕਿਰਦਾਰ ਉੱਚਾ ਹੁੰਦਾ ਹੈ। ਮਿਥਿਆ ਹਸਤ ਪਰ ਦਰਬ ਕੋ ਹਿਰੇ। ਹੁਣ ਗੱਲ ਆ ਗਈ ਹੱਥਾਂ ਦੀ। ਪਰ ਦਰਬ ਕੋ ਹਿਰੇ, ਪਰਾਏ ਧਨ ਨੂੰ ਚੁਰਾਉਂਦੇ ਨੇ, ਭਾਵ ਬੇਈਮਾਨੀ ਕਰਦੇ ਆ, ਨਾਸ਼ ਤਾਂ ਹੋ ਹੀ ਜਾਣੇ। ਤੇ ਜੇ ਇਹਨਾਂ ਹੱਥਾਂ ਦੇ ਨਾਲ ਆਪਣੀ ਕਿਰਤ ਕੀਤੀ ਜਾਏ, ਆਪਣੀ ਮਿਹਨਤ ਕੀਤੀ ਜਾਏ, ਤਾਂ ਜੀਵਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ। ਮਿਹਨਤ ਦੀ ਕਮਾਈ ਕਰਨ ਵਾਲਾ ਇਨਸਾਨ ਰੱਬ ਨੂੰ ਵੀ ਖੁਸ਼ ਕਰ ਲੈਂਦਾ ਹੈ। ਇਹ ਤਾਂ ਜ਼ਰੂਰੀ ਨਹੀਂ ਆ ਵੀ ਰਾਤੋਂ ਰਾਤ ਹੀ ਆਪਾਂ ਕਰੋੜਪਤੀ ਬਣ ਜਾਣਾ। ਤੇ ਜੇ ਇਹਨਾਂ ਹੱਥਾਂ ਦੇ ਨਾਲ ਦੂਸਰੇ ਦਾ ਧਨ ਚੁਰਾਇਆ ਜਾਏ, ਬੇਈਮਾਨੀ ਕੀਤੀ ਜਾਏ, ਮਾੜੇ ਕਰਮ ਕੀਤੇ ਜਾਣ, ਬੜੇ ਮੈਂ ਦੁਨੀਆ ਵਿੱਚ ਲੋਕ ਐਸੇ ਵੇਖੇ ਆ। ਇਹਨਾਂ ਹੱਥਾਂ ਦਾ ਇਸਤੇਮਾਲ ਬਹੁਤ ਹੋ ਰਿਹਾ ਜੀ, ਅੱਜ ਬਹੁਤ ਜ਼ਿਆਦਾ ਗਲਤ ਇਸਤੇਮਾਲ ਹੁੰਦਾ ਹੈ। ਉਹ ਇਸਤੇਮਾਲ ਅਸੀਂ ਚੰਗੇ ਕੰਮਾਂ ਲਈ ਕਰੀਏ। ਅੰਗੂਠਾ ਹੀ ਦੱਬਣਾ ਹੈ ਨਾ, ਚੰਗੇ ਕੰਮ ਲਈ ਦੱਬੋ।
ਉਂਗਲੀਆਂ ਕੰਪਿਊਟਰ ਤੇ ਚਲਾਉਣੀਆਂ ਨੇ ਨਾ, ਚੰਗੇ ਕੰਮਾਂ ਲਈ ਚਲਾਓ, ਕਿਉਂ ਮਾੜੇ ਕੰਮਾਂ ਲਈ ਚਲਾ ਰਹੇ ਹੋ? ਮੈਂ ਦੁਨੀਆ ਵਿੱਚ ਨਾ ਬਹੁਤ ਸਾਰੇ ਲੋਕ ਐਸੇ ਵੇਖੇ ਆ, ਵੀਡੀਓ ਵੇਖਦੇ ਨੇ, ਪਤਾ ਹੈ ਗੁਰਬਾਣੀ ਦੀ ਗੱਲ ਹੋ ਰਹੀ ਹੈ, ਪਰ ਨਹੀਂ, ਉਹਨਾਂ ਨੇ ਪਤਾ ਕੀ ਕਰਨਾ, ਉਹਨਾਂ ਨੇ ਕਮੈਂਟ ਵਿੱਚ ਗਾਲਾਂ ਕੱਢਣੀਆਂ ਹੁੰਦੀਆਂ। ਚੱਲ ਉਂਗਲਾਂ ਹੀ ਰਹੀਆਂ ਨੇ, ਗਾਲਾਂ ਕੱਢਣੀਆਂ ਉਹਨਾਂ ਨੇ, ਮਾੜੇ ਸ਼ਬਦ ਬੋਲਣੇ ਉਹਨਾਂ ਨੇ, ਧੀ ਭੈਣ ਦੀ ਗੱਲ ਕੱਢਣੀ, ਉਹ ਗਲਤ ਸ਼ਬਦਾਵਲੀ ਬੋਲਣੀ। ਕਿਹੜੇ ਰੱਬ ਨੂੰ ਖੁਸ਼ ਕਰਨ ਲੱਗੇ ਹੋ ਇਦਾਂ ਦੀ ਸ਼ਬਦਾਵਲੀ ਬੋਲ ਕੇ? ਅਸੀਂ ਤਾਂ ਗਾਲਾਂ ਨਹੀਂ ਕੱਢਦੇ, ਅਸੀਂ ਸਿੱਧੀ ਸਪਸ਼ਟ ਗੱਲ ਸੱਚ ਬੋਲਦੇ ਹਾਂ। ਜੇ ਤੁਹਾਨੂੰ ਨਹੀਂ ਪਚਦਾ ਤੇ ਇੱਕ ਸਾਈਡ ਕਰ ਜਾਓ। ਗਾਲਾਂ ਕੱਢਣੀਆਂ ਜਾਂ ਮੰਦ ਸ਼ਬਦ ਬੋਲਣੇ ਇਹ ਯੋਗ ਨਹੀਂ ਹੈ, ਇਹ ਗੁਰੂ ਨਾਨਕ ਪ੍ਰਵਾਨ ਨਹੀਂ ਕਰਦਾ। ਜੇ ਆਹ ਹੱਥ ਜਿਹੜੇ ਨਾ, ਗੁਰੂ ਅਰਜਨ ਸਾਹਿਬ ਕਹਿੰਦੇ ਇਹਨਾਂ ਹੱਥਾਂ ਦੇ ਨਾਲ ਅਸੀਂ ਕਿਸੇ ਦਾ ਧਨ ਚੁਰਾਉਂਦੇ ਹਾਂ, ਮਤਲਬ ਬੇਈਮਾਨੀ ਕਰਦੇ ਹਾਂ, ਮਾੜੇ ਕੰਮ ਕਰਦੇ ਹਾਂ ਇਹਨਾਂ ਹੱਥਾਂ ਦੇ ਨਾਲ। ਨਾਸ਼ ਤਾਂ ਸਰੀਰ ਹੋ ਹੀ ਜਾਣਾ, ਪਰ ਕੀ ਫਾਇਦਾ ਹੋਇਆ ਇਹਨਾਂ ਹੱਥਾਂ ਦਾ? ਰੱਬ ਨੇ ਇੰਨੀ ਵੱਡੀ ਨਿਆਮਤ ਦਿੱਤੀ, ਪਰ ਇਹਦੇ ਤੋਂ ਚੰਗੇ ਕੰਮ ਨਹੀਂ ਲੈ ਸਕਿਆ। ਸਤਿਗੁਰੂ ਕਹਿੰਦੇ ਨੇ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ। ਹੁਣ ਗੱਲ ਆ ਗਈ ਅੱਖਾਂ ਦੀ। ਕਹਿੰਦੇ ਅੱਖਾਂ ਨਾਸ਼ ਤਾਂ ਹੋ ਹੀ ਜਾਣੀਆਂ ਨੇ, ਪਰ ਜੇ ਇਹਨਾਂ ਅੱਖਾਂ ਦੇ ਨਾਲ ਪਰਾਈਆਂ ਔਰਤਾਂ ਨੂੰ ਵੇਖਦੇ ਰਹੇ, ਕਿਸੇ ਦਾ ਰੂਪ, ਕਿਸੇ ਦਾ ਧਨ, ਕਿਸੇ ਦਾ ਤਨ ਵੇਖਦੇ ਰਹੇ, ਮਾੜਿਆਂ ਕੰਮਾਂ ਲਈ ਯੂਜ਼ ਕੀਤੀਆਂ ਅੱਖਾਂ, ਤੇ ਸਤਿਗੁਰੂ ਕਹਿੰਦੇ ਇਹਨਾਂ ਦਾ ਫਾਇਦਾ ਹੀ ਕੀ? ਆਨੰਦ ਸਾਹਿਬ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਲਿਖਦੇ, ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਉੱਥੇ ਸਤਿਗੁਰੂ ਕਹਿੰਦੇ ਨੇ ਕਿ ਸਾਰਾ ਸੰਸਾਰ ਜਿਹੜਾ ਨਾ, ਉਹਨੂੰ ਤੁਸੀਂ ਵੇਖੋ, ਉਹਦੇ ਵਿੱਚੋਂ ਰੱਬ ਨੂੰ ਵੇਖੋ। ਤੇ ਜੇ ਅੱਖਾਂ ਮਾੜੇ ਪਾਸੇ ਹੀ ਜਾਂਦੀਆਂ ਨੇ, ਤੁਸੀਂ ਕਦੇ ਗੌਰ ਕਰਿਓ, ਨੋਟ ਕਰਿਓ, YouTube ਦੇ ਉੱਤੇ ਨਾ ਸਰਚ ਮਾਰ ਕੇ ਵੇਖਿਓ, ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਐਸੀ ਤਸਵੀਰ ਆ ਜਾਏ, ਐਸੀ ਵੀਡੀਓ ਆ ਜਾਏ ਜਿਹੜੀ ਬੜੀ ਦਿਲ ਖਿੱਚਵੀਂ ਹੋਵੇ, ਗੰਦ ਹੋਵੇ ਉਹਦੇ ਉੱਪਰ ਲਿਖਿਆ, ਅਸੀਂ ਉੱਥੇ ਹੀ ਰੁਕ ਜਾਂਦੇ ਹਾਂ, ਫਰੀਜ਼ ਹੋ ਜਾਂਦੇ। ਕਲਿੱਕ ਕਰਕੇ ਆਪਾਂ ਦੇਖਦੇ ਜ਼ਰੂਰ ਹੈ, ਮੈਂ ਲੋਕਾਂ ਦੀ ਸੋਚ ਵੇਖੀ ਹੈ, ਮਾਈਂਡ ਲੋਕਾਂ ਦਾ। ਪਰ ਗੁਰਬਾਣੀ ਦੀ ਵੀਡੀਓ ਹੋਵੇ, ਗੁਰਬਾਣੀ ਦੀ ਗੱਲ ਹੋਵੇ ਤਾਂ ਲੋਕਾਂ ਕੋਲ ਟਾਈਮ ਨਹੀਂ ਹੈਗਾ, ਪਰ ਗੰਦ ਵੇਖਣ ਦੇ ਲਈ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਟਾਈਮ ਹੈ। ਤਾਂ ਹੀ ਤਾਂ ਘਰਾਂ ਦੇ ਘਰ ਪੱਟੇ ਗਏ ਨੇ, ਤਾਂ ਹੀ ਤਾਂ ਜੀਵਨ ਦੇ ਵਿੱਚ ਨੁਕਸਾਨ ਹੋ ਗਿਆ ਹੈ, ਤਾਂ ਹੀ ਤਾਂ ਵਿਕਾਰਾਂ ਦੇ ਨਾਲ ਜ਼ਿੰਦਗੀ ਭਰ ਗਈ ਹੈ। ਜੋ ਮਾਲਕ ਨੇ ਦਿੱਤਾ ਉਹਦਾ ਗਲਤ ਇਸਤੇਮਾਲ ਕੀਤਾ, ਸਹੀ ਤਾਂ ਇਸਤੇਮਾਲ ਹੀ ਨਹੀਂ ਕੀਤਾ। ਮਾਲਕ ਅੱਗੇ ਕਹਿੰਦੇ ਨੇ ਮਿਥਿਆ ਰਸਨਾ ਭੋਜਨ ਅਨ ਸਵਾਦ। ਸਤਿਗੁਰ ਕਹਿੰਦੇ ਜ਼ੁਬਾਨ ਮਿਲੀ ਹੈ, ਹੋਰਨਾਂ ਸਵਾਦਾਂ ਦੇ ਵਿੱਚ ਰਾਤ ਦਿਨ ਲੱਗੀ ਰਹਿੰਦੀ, ਚੰਗੇ ਚੰਗੇ ਖਾਣਿਆਂ ਦੇ ਸਵਾਦਾਂ 'ਚ ਰਾਤ ਦਿਨ ਲੱਗੀ ਰਹਿੰਦੀ ਹੈ, ਜਾਂ ਮਾੜਾ ਬੋਲਣ ਦੇ ਸਵਾਦਾਂ ਵਿੱਚ ਰਾਤ ਦਿਨ ਲੱਗੀ ਰਹਿੰਦੀ ਹੈ। ਜ਼ੁਬਾਨ ਨੂੰ ਵੀ ਗੁਰੂ ਅਮਰਦਾਸ ਸਾਹਿਬ ਨੇ ਬੜੀ ਸੋਹਣੀ ਸਿੱਖਿਆ ਦਿੱਤੀ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਪਿਆਸ ਨਹੀਂ ਬੁੱਝਦੀ ਜ਼ੁਬਾਨ ਦੀ, ਇਹਦੇ ਤੋਂ ਵੀ ਚੰਗੇ ਸ਼ਬਦ ਬੁਲਾਓ, ਸ਼ੁਭ ਚੀਜ਼ਾਂ ਬੁਲਾਓ। ਜ਼ੁਬਾਨ ਨੂੰ ਕਹੋ ਬਾਣੀ ਪੜ੍ਹਿਆ ਕਰ, ਜ਼ੁਬਾਨ ਨੂੰ ਕਹੋ ਪਾਠ ਕਰਿਆ ਕਰ, ਜ਼ੁਬਾਨ ਦੇ ਕੋਲੋਂ ਸੋਹਣੇ ਸੋਹਣੇ ਸ਼ਬਦ ਬੋਲਿਆ ਕਰੋ, ਤਾਂ ਕਿ ਉਹਦਾ ਫਾਇਦਾ ਸਾਡੇ ਨਿੱਜ ਨੂੰ ਅਤੇ ਬਾਕੀ ਸੰਸਾਰ ਦੇ ਲੋਕਾਂ ਨੂੰ ਹੋਵੇ। ਸਤਿਗੁਰੂ ਕਹਿੰਦੇ ਨੇ ਮਿਥਿਆ ਚਰਨ ਪਰ ਵਿਕਾਰ ਕੋ ਧਾਵੇਂ। ਕਿਸੇ ਦੂਸਰੇ ਦਾ ਨੁਕਸਾਨ ਕਰਨ ਦੇ ਲਈ ਵਿਕਾਰ, ਵਿਕਾਰ ਮਤਲਬ ਕਿਸੇ ਦੂਸਰੇ ਦਾ ਕੰਮ ਵਿਗਾੜਨ ਦੇ ਲਈ ਸਾਡੇ ਪੈਰ ਜੇਕਰ ਦੌੜ ਭੱਜ ਕਰਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਪੈਰਾਂ ਦਾ ਫਾਇਦਾ ਕੀ? ਇਹਨਾਂ ਪੈਰਾਂ ਦੇ ਕੋਲ ਚੰਗੇ ਕੰਮ ਕਿਉਂ ਨਹੀਂ ਤੁਸੀਂ ਲੈਂਦੇ? ਚੰਗੇ ਪਾਸੇ ਨੂੰ ਜਾਣਾ ਹੋਵੇ ਤੇ ਪੈਰ ਤੁਹਾਡੇ ਫਰੀਜ਼ ਹੋ ਜਾਂਦੇ ਆ, ਮਾੜੇ ਪਾਸੇ ਨੂੰ ਜਾਣਾ ਹੋਵੇ ਤਾਂ ਆਪਾਂ ਦੌੜ ਕੇ ਜਾਂਦੇ ਆ, ਜਾਣੇ ਕਿ ਨਹੀਂ ਜਾਂਦੇ? ਸੋਚ ਕੇ ਦੇਖ ਲਿਓ। ਗੁਰਦੁਆਰੇ ਜਾਣਾ ਹੋਵੇ ਨਾ ਤੇ ਪੈਰ ਜਿਹੜੇ ਦੁਖਣ ਲੱਗ ਪੈਂਦੇ ਆ ਫਿਰ, ਤੇ ਜੇਕਰ ਮਾੜੇ ਪਾਸੇ ਨੂੰ ਦੌੜਨਾ ਹੋਵੇ ਤੇ ਪੈਰ ਜਿਹੜੇ ਉਹਨਾਂ 'ਚ ਫਿਰ ਤਾਕਤ ਆ ਜਾਂਦੀ ਸ਼ੇਰਾਂ ਦੀ। ਸੋ ਗੁਰੂ ਅਰਜਨ ਸਾਹਿਬ ਕਹਿੰਦੇ ਸਰੀਰ ਦਾ ਹਰ ਇੱਕ ਪਾਰਟ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬਹੁਤ ਵੱਡੀ ਨਿਆਮਤ ਦੇ ਥਰੂ ਦਿੱਤਾ ਹੈ। ਉਹ ਬੰਦਿਆ ਇਹਦਾ ਗਲਤ ਨਹੀਂ, ਚੰਗਾ ਇਸਤੇਮਾਲ ਕਰ। ਮਿਥਿਆ ਮਨ ਪਰ ਲੋਭ ਲੁਭਾਵੇਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਜਿਹੜਾ, ਨਾਸ਼ ਤਾਂ ਸਭ ਕੁਝ ਹੋ ਜਾਣਾ, ਪਰ ਜੇਕਰ ਮਨ ਪਰਾਏ ਧਨ ਦਾ ਲੋਭ ਕਰ ਰਿਹਾ ਹੈ, ਮਨ ਪਰ ਲੋਭ ਲੁਭਾਵੇਂ, ਮਨ ਲੋਭੀ ਹੋ ਗਿਆ, ਵਿਕਾਰੀ ਹੋ ਗਿਆ, ਮਨ ਵਿੱਚ ਗੰਦਗੀ ਭਰ ਗਈ, ਤਾਂ ਫਿਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਕੁਝ ਨਹੀਂ ਕਰ ਸਕਦਾ, ਤੇਰਾ ਜੀਵਨ ਹੁਣ ਨਰਕ ਬਣਨੀ ਵਾਲਾ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ। ਗੁਰੂ ਸਾਹਿਬ ਜੀ ਕਹਿੰਦੇ ਨੇ ਤਨ ਆ ਜਿਹੜਾ ਤੁਹਾਡਾ ਸਰੀਰ ਹੈ, ਜੇ ਦੂਜਿਆਂ ਦੀ ਭਲਾਈ ਲਈ ਕੰਮ ਨਹੀਂ ਆਇਆ। ਮਿਥਿਆ ਬਾਸ ਲੇਤ ਬਿਕਾਰਾ। ਸਤਿਗੁਰੂ ਕਹਿੰਦੇ ਨੇ ਜਿਹੜਾ ਨੱਕ ਹੈ, ਜੇ ਇਹ ਸਹੀ ਵਾਸ਼ਨਾ ਨਹੀਂ ਲੈ ਰਿਹਾ, ਭਾਵ ਵਿਕਾਰਾਂ ਦੇ ਵਿੱਚ ਇਹ ਵੀ ਫਸਿਆ ਹੋਇਆ, ਇਹਦੀ ਵੀ ਅਜੇ ਤੱਕ ਭੁੱਖ ਨਹੀਂ ਖਤਮ ਹੋ ਰਹੀ,
ਨਾਸ਼ ਤਾਂ ਸਭ ਕੁਝ ਹੀ ਹੋ ਜਾਣਾ। ਬਿਨ ਬੂਝੇ ਮਿਥਿਆ ਸਭ ਭਏ। ਇਹ ਸਰੀਰ ਦੇ ਸਾਰੇ ਹੀ ਅੰਗ ਜਿਹੜੇ ਨੇ ਨਾ, ਇਹ ਸਹੀ ਕੰਮ ਕਰਨ ਤੋਂ ਬਗੈਰ ਵਿਅਰਥ ਨੇ, ਬਿਲਕੁਲ ਵਿਅਰਥ ਨੇ। ਬਿਨ ਬੂਝੇ, ਜੇ ਇਹਨਾਂ ਤੋਂ ਸਹੀ ਕੰਮ ਨਹੀਂ ਲਿਆ, ਜੇ ਇਹਨਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ, ਜੇ ਇਹ ਆਪਣੀ ਹੋਂਦ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਕਰ ਪਾਏ, ਤੇ ਸਤਿਗੁਰੂ ਕਹਿੰਦੇ ਸਾਰੀ ਅੰਗ ਵਿਅਰਥ ਹੈ, ਕੋਈ ਫਾਇਦਾ ਨਹੀਂ। ਹੱਥ ਹੋਣ ਦੇ ਬਾਵਜੂਦ ਵੀ ਕੋਈ ਫਾਇਦਾ ਨਹੀਂ, ਅੱਖਾਂ, ਨੱਕ, ਕੰਨ, ਜ਼ੁਬਾਨ, ਇਹਨਾਂ ਦਾ ਹੋਣ ਦੇ ਬਾਵਜੂਦ ਵੀ ਕੋਈ ਫਾਇਦਾ ਨਹੀਂ, ਜੇ ਆਪਾਂ ਇਹਨਾਂ ਸਾਰਿਆਂ ਦੇ ਕੋਲ ਸਹੀ ਕੰਮ ਨਹੀਂ ਲੈ ਰਹੇ, ਕਿਸੇ ਦੇ ਭਲਾਈ ਲਈ ਕੰਮ ਨਹੀਂ ਲੈ ਰਹੇ। ਦੁਨੀਆ ਵਿੱਚ ਆਏ ਜ਼ਰੂਰ ਹੈ, ਕਿੰਨਾ ਸੋਹਣਾ ਸਰੀਰ ਲੈ ਕੇ ਆਏ ਆ, ਪਰ ਅਸੀਂ ਇਸ ਤਨ ਕੋਲੋਂ ਚੰਗਾ ਕੰਮ ਨਹੀਂ ਲੈ ਰਹੇ। ਕਿਸੇ ਦਾ ਭਲਾ ਕਰਿਆ ਕਰੋ, ਦੁਨੀਆ ਦਾ ਭਲਾ ਕਰਿਆ ਕਰੋ, ਸਰੀਰ ਤੋਂ ਚੰਗੇ ਕੰਮ ਕਰਵਾਓ। ਬਸ ਆਹੀ ਸਤਿਗੁਰੂ ਕਹਿਣਾ ਚਾਹੁੰਦੇ ਨੇ। ਸੱਚਾ ਧਰਮੀ ਉਹੀ ਹੈ ਜਿਹੜਾ ਆਪਣੇ ਸਰੀਰ ਦੀ ਪਾਲਣਾ ਕਰਦਾ ਹੈ, ਪਰ ਇਹਦੇ ਤੋਂ ਚੰਗੇ ਕੰਮ ਕਰਵਾਉਂਦਾ ਹੈ। ਸਤਿਗੁਰੂ ਅੱਗੇ ਕਹਿੰਦੇ ਨੇ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਉਹ ਸਰੀਰ ਸਫਲ ਹੈ, ਉਹ ਦੇਹ ਸਫਲ ਹੈ, ਜਿਹੜੀ ਦੇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੀ ਹੈ, ਰੱਬ ਦੇ ਡਰ ਭਉ ਵਿੱਚ ਤੁਰਦੀ ਹੈ, ਚੰਗੇ ਕੰਮ ਕਰਦੀ ਹੈ। ਸਿੱਖਿਆ ਲਓ ਭਾਈ ਕਨ੍ਹਈਆ ਜੀ ਦੇ ਜੀਵਨ ਤੋਂ, ਸਿੱਖਿਆ ਲਓ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ। ਖੋਪੜੀ ਲਾਈ ਗਈ ਕਿਉਂ ਭਲਾ ਤੁਹਾਨੂੰ ਪਤਾ ਹੈ? ਭਾਈ ਤਾਰੂ ਸਿੰਘ ਜੀ ਦਾ ਕਸੂਰ ਕੀ ਸੀ ਪਤਾ ਸੀ ਤੁਹਾਨੂੰ? ਸਿਰਫ ਇੰਨਾ, ਉਹ ਜਿਹੜੇ ਗਰੀਬ ਲੋੜਵੰਦ ਲੋਕ ਸੀ ਉਹਨਾਂ ਦੀ ਹੈਲਪ ਕਰਦੇ ਸੀ, ਇਕੱਲੇ ਉਹ ਸਿੰਘਾਂ ਦੀ ਨਹੀਂ, ਕਿਸੇ ਦੀ ਵੀ। ਉਹਨਾਂ ਦੇ ਘਰ ਦੇ ਵਿੱਚ ਜਦੋਂ ਇੱਕ ਮੁਸਲਮਾਨ ਇਹ ਫਰਿਆਦ ਲੈ ਕੇ ਆਉਂਦਾ ਵੀ ਮੇਰੀ ਲੜਕੀ ਨੂੰ ਇੱਕ ਨਵਾਬ ਚੁੱਕ ਕੇ ਲੈ ਗਿਆ ਤੇ ਉਹਦੀ ਧੀ ਨੂੰ ਬਚਾਉਣ ਦੇ ਲਈ ਵੀ ਹੈਲਪ ਉਹਦੀ ਕਰਦੇ ਨੇ। ਸੋਚ ਕੇ ਵੇਖਿਓ, ਚੰਗੀ ਕੰਮ ਕੀਤੇ ਨਾ, ਕਿਹਦੀ ਧੀ ਬਚਾਈ, ਕਿਹਦੀ ਇੱਜ਼ਤ ਬਚਾਈ, ਪਰ ਕੀ ਖਮਿਆਜ਼ਾ ਮਿਲਿਆ? ਕਿਸੇ ਗਰੀਬ ਦਾ ਢਿੱਡ ਭਰਿਆ, ਕਿਸੇ ਨੂੰ 4 ਰੋਟੀਆਂ ਖਵਾਈਆਂ, ਕੀ ਖਮਿਆਜ਼ਾ ਮਿਲਿਆ ਭਲਾ? ਉਹਨਾਂ ਦੀ ਖੋਪੜੀ ਲਾ ਦਿੱਤੀ ਗਈ, ਕਿੰਨਾ ਦੁੱਖ ਉਹਨਾਂ ਨੂੰ ਦਿੱਤਾ ਗਿਆ। ਪਰ ਭਾਈ ਤਾਰੂ ਸਿੰਘ ਅੱਜ ਵੀ ਜਿਉਂਦੇ ਨੇ, ਅੱਜ ਵੀ ਉਹਨਾਂ ਦੇ ਗਲ 'ਚ ਫੁੱਲਾਂ ਦੇ ਹਾਰ ਪੈਂਦੇ ਨੇ। ਪਰ ਜ਼ਕਰੀਆ ਖਾਨ ਜੁੱਤੀਆਂ ਖਾਂਦਾ ਹੋਇਆ ਮਰ ਗਿਆ, ਅੱਜ ਵੀ ਜੁੱਤੀਆਂ ਖਾ ਰਿਹਾ ਉਹ। ਇਸ ਲਈ ਜੇ ਆਹ ਸਰੀਰ ਮਿਲਿਆ, ਇਹ ਤੋਂ ਚੰਗੇ ਕੰਮ ਕਰੋ। ਚੰਗੇ ਕੰਮ ਕਰੋਗੇ ਤੁਹਾਨੂੰ ਬੜਾ ਹੀ ਆਨੰਦ ਆਏਗਾ। ਮਾੜੇ ਕੰਮ ਕਰੋਗੇ ਨਾ ਤੇ ਇਸ ਜੀਵਨ ਦਾ ਕੋਈ ਫਾਇਦਾ ਨਹੀਂ। ਸਾਡਾ ਕੰਮ ਸਮਝਾਉਣਾ, ਗੁਰਬਾਣੀ ਦੀ ਗੱਲ ਤੁਹਾਡੇ ਤੱਕ ਪਹੁੰਚਾਉਣਾ, ਬਾਕੀ ਆਪਣੀ ਅਕਲ ਦਾ ਇਸਤੇਮਾਲ ਤੁਸੀਂ ਖੁਦ ਕਰਨਾ ਹੈ। ਚੰਗਾ ਕਰਨਾ ਜਾਂ ਮਾੜਾ ਕਰਨਾ ਇਹ ਤੁਹਾਡੇ ਹੱਥ ਵਿੱਚ ਹੈ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।